गुड आफ्टरनून क्लास 6 बच्चे बेसिक ਜਿਓਮੈਟਰੀਕਲ ਆਈਡੀਆ ਚੈਪਟਰ ਸਾਡਾ ਚੱਲ ਰਿਹਾ। ਨੈਕਸਟ ਅਸੀਂ ਡਿਸਕਸ ਕਰਾਂਗੇ ਕੌਂਕਰੈਂਟ ਲਾਈਨ ਬੱਚੇ ਕਿਹੜੀਆਂ ਹੁੰਦੀਆਂ ਨੇ। ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਸੀ, ਜਦੋਂ 3 ਜਾਂ 3 ਤੋਂ ਜ਼ਿਆਦਾ ਜਿਹੜੀਆਂ ਲਾਈਨਾਂ ਇੱਕੋ ਪੁਆਇੰਟ ਤੋਂ ਪਾਸ, ਦੇਖੋ ਕਿੰਨੀਆਂ ਬੜੀਆਂ ਲਾਈਨਾਂ ਨੇ ਇੱਕੋ ਪੁਆਇੰਟ x ਤੋਂ ਪਾਸ ਕਰ ਰਹੀਆਂ ਨੇ, ਹੈ ਨਾ, ਸਾਰੀਆਂ ਲਾਈਨਾਂ। ਸੋ ਐਸ ਕਾਈਂਡ ਆਫ ਲਾਈਨ ਸਿਸਟਮ ਨੂੰ ਅਸੀਂ ਬੋਲਾਂਗੇ ਕੌਂਕਰੈਂਟ ਲਾਈਨਸ। ਅੰਡਰਸਟੈਂਡ, ਕੌਂਕਰੈਂਟ ਲਾਈਨਸ। ਔਰ ਨੈਕਸਟ ਬੱਚੇ ਤੁਹਾਡੇ ਕੋਲ ਆ ਜਾਂਦੀ ਹੈ ਓਪਨ ਐਂਡ ਕਲੋਜ਼ ਫਿਗਰ। ਓਪਨ ਔਰ ਕਲੋਜ਼ ਫਿਗਰ ਦੇ ਵਿੱਚ ਬੱਚੇ ਕੀ ਫ਼ਰਕ ਹੁੰਦਾ? ਕਲੋਜ਼ ਜਿਹੜੀ ਫਿਗਰ ਹੁੰਦੀ ਹੈ, ਜਿਵੇਂ ਦੇਖੋ ਆ ਤੁਹਾਡੇ ਕੋਲ ਐਗਜ਼ਾਮਪਲਸ ਹੈ, ਸਰਕਲ ਹੈ, ਰੈਕਟੈਂਗਲ ਹੈ, ਸਰਕਲ ਹੈ, ਦਿਸ ਇਜ਼ ਅ ਟ੍ਰਪੇਜੀਅਮ, ਦਿਸ ਇਜ਼ ਪੈਲੋਗ੍ਰਾਮ, ਰੈਕਟੈਂਗਲ ਐਂਡ ਸਕੁਏਅਰ, ਹੈ ਨਾ। ਦੀ ਜਿਹੜੀਆਂ ਫਿਗਰਸ ਦਿਖ ਰਹੀਆਂ ਪਈਆਂ ਤੁਹਾਨੂੰ, ਇਹ ਸਾਰੀਆਂ ਕਲੋਜ਼ ਨੇ, ਕਿਉਂਕਿ ਦੇਖੋ ਕਿ ਇਹਨਾਂ ਦੀ ਜਿਹੜੀ ਬਾਊਂਡਰੀ ਹੈ, ਬਿਲਕੁਲ ਜਿਹੜਾ ਇਹਨਾਂ ਦਾ ਪੈਰੀਮੀਟਰ ਹੈ ਨਾ, ਦੇਰ ਇਜ਼ ਨੋ ਲੀਕੇਜ, ਕਿਤੇ ਵੀ ਇਹ ਓਪਨ ਨਹੀਂ ਗਾ, ਬਿਲਕੁਲ ਕਲੋਜ਼ਡ ਹੈ। ਠੀਕ ਹੈ, ਅਗਰ ਤੁਸੀਂ ਇਹ ਧਿਆਨ ਦਿਓ, ਇਹ ਦੇਖੋ ਇਹ ਫਿਗਰਸ, ਇਹ ਡਬਲਿਊ ਨੂੰ ਦੇਖੋ, ਡਬਲਿਊ ਜਿਹਾ ਬਣਿਆ, ਇਹਦੇ ਇੱਧਰ ਵੀ ਤੁਸੀਂ ਅੰਦਰ ਐਂਟਰ ਕਰ ਸਕਦੇ ਹੋ, ਇੱਧਰੋਂ ਵੀ ਐਂਟਰ ਕਰ ਸਕਦੇ ਹੋ ਨਾ, ਓਪਨ ਹੈਗਾ। ਸੋ ਦਿਸ ਫਿਗਰ ਇਜ਼ ਆਲਸੋ ਓਪਨ, ਇੱਧਰੋਂ ਤਾਂ ਬੰਦ ਹੈ ਪਰ ਇੱਧਰੋਂ ਓਪਨ ਹੈ। ਸੋ ਓਪਨ ਔਰ ਕਲੋਜ਼ ਫਿਗਰ ਦੇ ਵਿੱਚ ਸਿਰਫ ਇੰਨਾ ਹੀ ਫਰਕ ਆ ਜਾਂਦਾ। ਠੀਕ ਹੈ ਬੱਚੇ। ਨੈਕਸਟ ਬੱਚੇ ਜਿਹੜਾ ਸਾਡੇ ਕੋਲ ਟੌਪਿਕ ਆਉਂਦਾ, ਉਹ ਆਉਂਦਾ ਇੰਟੀਰੀਅਰ ਐਂਡ ਐਕਸਟੀਰੀਅਰ ਆਫ ਏ ਕਲੋਜ਼ਡ ਫਿਗਰ। ਦੇਖੋ ਕੋਈ ਕਲੋਜ਼ ਫਿਗਰ ਹੈ ਤੁਹਾਡੇ ਕੋਲ, ਇੰਟੀਰੀਅਰ ਪਾਰਟ ਜਿਹੜੇ ਪੁਆਇੰਟਸ ਅੰਦਰ ਹੋਣਗੇ ਉਹਨੂੰ ਅਸੀਂ ਇੰਟੀਰੀਅਰਸ ਬੋਲਦੇ ਹਾਂ, ਔਰ ਜਿਹੜੇ ਪੁਆਇੰਟ ਸਾਡੇ ਕੋਲ ਬਾਹਰ ਆ ਜਾਂਦੇ ਨੇ ਉਹ ਸਾਡੇ ਕੋਲ ਐਕਸਟੀਰੀਅਰ ਅਸੀਂ ਉਹਨੂੰ ਬੋਲਾਂਗੇ ਐਕਸਟੀਰੀਅਰ ਆਉਣਗੇ। ਕਲੀਅਰ ਬੱਚੇ? ਦੇਖੋ ਅਸੀਂ ਅੱਜ ਐਕਸਰਸਾਈਜ਼ 10.2 ਡਿਸਕਸ ਕਰਨ ਜਾ ਰਹੇ ਹਾਂ, ਬਹੁਤ ਹੀ ਈਜ਼ੀ ਹੈ। 10 ਫਿਗਰ ਨੰਬਰ 10.33 ਦੇ ਵਿੱਚ ਦੇਖੋ, ਡਿਟਰਮਾਈਨ ਵੈਦਰ ਦਾ ਪੁਆਇੰਟ ਐਕਸ ਵਾਈ ਜ਼ੈਡ ਆਰ ਕੋਲੀਨੀਅਰ ਔਰ ਨੋਟ। ਬੱਚੇ ਕੋਲੀਨੀਅਰ ਪੁਆਇੰਟ ਕਿਹੜੇ ਸੀ ਤੁਹਾਨੂੰ ਦੱਸੇ, ਜਿਹੜੇ ਕੋਲੀਨੀਅਰ ਪੁਆਇੰਟ ਇੱਕੋ ਲਾਈਨ ਦੇ ਉੱਤੇ ਆਉਣ। ਠੀਕ ਹੈ, ਜਿਹੜੇ ਇੱਕੋ ਲਾਈਨ ਦੇ ਉੱਤੇ ਨਹੀਂ ਆਉਣਗੇ ਉਹ ਕੋਲੀਨੀਅਰ ਪੁਆਇੰਟ ਨਹੀਂ ਹੁੰਦੇ। ਉਹ ਪੁੱਛਿਆ ਕਿ ਕੋਲੀਨੀਅਰ ਹੈਗੇ ਜਾਂ ਨਹੀਂ ਹੈਗੇ। ਸੋ ਐਕਸ ਵਾਈ ਜ਼ੈਡ ਸਾਰੇ ਤਿੰਨੋਂ ਇੱਕੋ ਲਾਈਨ ਦੇ ਉੱਤੇ ਨਹੀਂ ਆ ਰਹੇ, ਕਿਉਂਕਿ ਐਕਸ ਵਾਈ ਤਾਂ ਇੱਕੋ ਲਾਈਨ 'ਤੇ ਆ ਰਿਹਾ ਔਰ ਵਾਈ ਜ਼ੈਡ ਵੀ ਇੱਕੋ ਲਾਈਨ ਦੇ ਉੱਤੇ ਆ ਰਿਹਾ, ਪਰ ਐਕਸ ਵਾਈ ਜ਼ੈਡ ਇਕੱਠੇ ਇੱਕੋ ਲਾਈਨ ਦੇ ਉੱਤੇ ਨਹੀਂ ਆ ਰਹੇ। ਸੋ ਅਸੀਂ ਕੀ ਆਨਸਰ ਆਏਗਾ? ਇਹਦਾ ਆਨਸਰ ਆਏਗਾ ਨੋਟ, ਕੋਲੀਨੀਅਰ ਪੁਆਇੰਟ ਨਹੀਂ ਹੈਗੇ। ਸੋ ਇਹ ਬੁੱਕ ਦੇ ਉੱਤੇ ਤੁਸੀਂ ਕਰਨਾ ਸਾਰਾ ਕੁਛ। ਸੋ 10.34 ਫਿਗਰ ਦੇ ਵਿੱਚ ਦੇਖੋ, ਕਹਿੰਦਾ ਏ ਬੀ ਸੀ ਆਰ ਕੋਲੀਨੀਅਰ। ਦੇਖੋ ਏ ਬੀ ਸੀ ਕੋਲੀਨੀਅਰ ਪੁਆਇੰਟ ਹੈਗੇ ਨੇ। ਕਿਉਂ ਹੈਗੇ ਨੇ? ਕਿਉਂਕਿ ਏ ਬੀ ਸੀ ਤਿੰਨੋਂ ਇੱਕੋ ਲਾਈਨ ਦੇ ਉੱਤੇ ਆ ਰਹੇ ਨੇ। ਅੱਗੋਂ ਕੁਐਸਚਨ ਪੁੱਛ ਰਿਹਾ ਕਿ ਆਰ ਦਾ ਪੁਆਇੰਟ ਏ ਡੀ ਸੀ ਆਲਸੋ ਕੋਲੀਨੀਅਰ। ਪੁੱਛਿਆ ਗਿਆ ਕਿ ਜਿਹੜਾ ਤੁਹਾਡੇ ਕੋਲ ਪੁਆਇੰਟ ਏ ਡੀ ਸੀ ਹੈ ਉਹ ਕੋਲੀਨੀਅਰ ਹੈਗਾ ਕਿ ਨਹੀਂ ਹੈਗਾ? ਤਾਂ ਆਨਸਰ ਕੀ ਆਏਗਾ? ਯੈਸ, ਕਿਉਂਕਿ ਇਹ ਤਿੰਨੋਂ ਵੀ ਇੱਕੋ ਲਾਈਨ ਦੇ ਉੱਤੇ ਆ ਰਹੇ ਨੇ। ਸੋ ਇਹਦਾ ਆਨਸਰ ਵੀ ਕੀ ਆਏਗਾ? ਯੈਸ, ਕਿ ਤਿੰਨੋਂ ਪੁਆਇੰਟ ਕੋਲੀਨੀਅਰ ਨੇ। ਕੁਐਸਚਨ ਨੰਬਰ 3, ਮਾਰਕ 4 ਕੋਲੀਨੀਅਰ ਪੁਆਇੰਟਸ, ਹਾਊ ਮੈਨੀ ਲਾਈਨਸ ਕੈਨ ਬੀ ਡਰਾ ਪਾਸਿੰਗ ਥਰੂ ਆਲ ਦੀਜ਼ 4 ਪੁਆਇੰਟਸ। ਠੀਕ ਹੈ ਬੱਚੇ, ਕੁਐਸਚਨ ਕੱਢ ਦਿਓ, ਇਹ ਕੁਐਸਚਨ ਨਹੀਂ ਤੁਸੀਂ ਕਰਨਾ। ਨੈਕਸਟ ਬੱਚੇ ਦੇਖੋ, ਸਟੇਟ ਵੈਦਰ ਦਾ ਫੋਲੋਇੰਗ ਸਟੇਟਮੈਂਟ ਟਰੂ ਔਰ ਫਾਲਸ। ਠੀਕ ਹੈ, ਇਹਨੂੰ ਦੇਖੋ, ਇਹਨੂੰ ਕਿਵੇਂ ਕਰਨਾ ਹੈ। 2 points determine only one line. 2 points determine only one line. ਸੋ ਬੱਚੇ ਇਹਦਾ ਆਨਸਰ ਕੀ? ਸੋ ਬੱਚੇ ਇਹਦਾ ਫਸਟ ਦਾ ਆਨਸਰ ਕੀ ਆਏਗਾ? ਇਹਦਾ ਆਏਗਾ ਟਰੂ। ਟਰੂ ਕਿਵੇਂ ਆਏਗਾ? ਟਰੂ ਕਿਵੇਂ ਆਏਗਾ? ਦੇਖੋ 2 ਪੁਆਇੰਟ ਨੇ ਨਾ ਤੁਹਾਡੇ ਕੋਲ, 2 ਪੁਆਇੰਟ ਨੇ, ਤਾਂ 2 ਪੁਆਇੰਟ ਹਮੇਸ਼ਾ ਕੀ ਕਰਦੇ ਨੇ, ਇੱਕ ਲਾਈਨ ਦੋਨੋਂ ਪੁਆਇੰਟਾਂ ਤੋਂ ਇੱਕੋ ਲਾਈਨ ਪਾਸ ਹੁੰਦੀ ਹੈ ਨਾ, ਇੱਕੋ ਲਾਈਨ ਪਾਸ। ਸੋ ਤੋਂ 2 ਪੁਆਇੰਟ ਡਿਟਰਮਾਈਨ ਓਨਲੀ 1 ਲਾਈਨ। ਸੋ 2 ਪੁਆਇੰਟ, ਕੋਈ ਪੁਆਇੰਟ ਏ ਬੀ ਹੈ, ਇਹਨਾਂ ਤੋਂ ਹਮੇਸ਼ਾ ਸਿਰਫ ਇੱਕੋ ਹੀ ਲਾਈਨ ਪਾਸ ਹੋਏਗੀ, ਹੋਰ ਲਾਈਨਾਂ ਪਾਸ ਨਹੀਂ ਹੋ ਸਕਦੀਆਂ। ਸੋ ਦਿਸ ਸਟੇਟਮੈਂਟ ਇਜ਼ ਟਰੂ, ਇਹਨੂੰ ਆਪਾਂ ਟਰੂ ਕਵਾਂਗੇ। ਉਸ ਤੋਂ ਬਾਅਦ 2 ਡਿਫਰੈਂਟ ਲਾਈਨਸ ਇਨ ਦਾ ਸੇਮ ਪਲੇਨ ਇੰਟਰਸੈਕਟ ਐਟ 2 ਡਿਫਰੈਂਟ ਪੁਆਇੰਟ। ਇਹ ਬੱਚੇ ਫੋਲਸ ਆ ਜਾਏਗਾ, ਫੋਲਸ ਆਏਗਾ। ਇੱਕੋ ਪਲੇਨ ਦੇ ਉੱਤੇ ਗੱਲ ਕਰ ਰਹੇ ਹਾਂ ਨਾ। ਮੈਂ ਤੁਹਾਨੂੰ ਸਮਝਾਉਣਾ ਕਿਸ ਤਰ੍ਹਾਂ। ਜਿਵੇਂ ਮੰਨ ਲਓ ਇਹ ਇੱਕ ਪਲੇਨ ਹੈ ਨਾ, ਇੱਕ ਪਲੇਨ ਹੈ, ਇਹਦੇ ਵਿੱਚ ਆਪਾਂ 2 ਡਿਫਰੈਂਟ ਲਾਈਨਸ ਲਈਆਂ। ਠੀਕ ਹੈ, ਦੋਨੋਂ ਡਿਫਰੈਂਟ ਲਾਈਨਸ ਆਪਾਂ ਇੰਟਰਸੈਕਟ ਕਰਾਤੀਆਂ। ਹੁਣ ਉਹ ਕੀ ਕਹਿ ਰਿਹਾ ਕਿ 2 ਡਿਫਰੈਂਟ ਲਾਈਨਸ ਨੇ ਸੇਮ ਪਲੇਨ 'ਤੇ 2 ਡਿਫਰੈਂਟ ਪੁਆਇੰਟਸ 'ਤੇ ਕੱਟ ਕਰਨਗੀਆਂ, ਪਰ ਇਹਨਾਂ ਦਾ ਇੰਟਰਸੈਕਟ ਪੁਆਇੰਟ ਕੀ ਹੈ? ਇੱਕ ਸਿੰਗਲ 1 ਪੁਆਇੰਟ ਹੈ ਨਾ। ਇੱਕੋ ਪੁਆਇੰਟ ਦੇ ਉੱਤੇ ਹੀ ਦੋਨੋਂ ਇੰਟਰਸੈਕਟ ਕਰ ਰਹੀਆਂ, ਪਰ ਉਹ ਕੀ ਕਹਿ ਰਿਹਾ? 2 ਪੁਆਇੰਟਾਂ 'ਤੇ ਕਰੇਗਾ। ਸੋ 2 ਪੁਆਇੰਟਾਂ 'ਤੇ ਕਿੱਥੇ ਕਰ ਰਿਹਾ? ਇੱਕੋ ਪੁਆਇੰਟ 'ਤੇ ਕਰ ਰਿਹਾ ਨਾ। ਇੱਕੋ ਪਲੇਨ ਦੇ ਉੱਤੇ 2 ਲਾਈਨਾਂ ਹਮੇਸ਼ਾ ਕੀ ਕਰਦੀਆਂ ਨੇ? ਇੱਕੋ ਪੁਆਇੰਟ ਤੋਂ ਪਾਸ ਹੁੰਦੀਆਂ ਨੇ। ਸੋ ਜਿਹੜੀ ਸਾਡੇ ਕੋਲ ਇਹ ਸਟੇਟਮੈਂਟ ਹੈ, 2 ਡਿਫਰੈਂਟ ਲਾਈਨਸ ਇਨ ਦ ਸੇਮ ਪਲੇਨ ਇੰਟਰਸੈਕਟ 2 ਡਿਫਰੈਂਟ ਪੁਆਇੰਟਸ ਬੋਲਿਆ ਨਾ ਉਹਨੇ। ਸੋ ਇਹ ਸਟੇਟਮੈਂਟ ਕੀ ਹੋਈ? ਫਾਲਸ ਹੋ ਗਈ।
ਉਸ ਤੋਂ ਬਾਅਦ ਥਰੂ ਏ ਗਿਵਨ ਪੁਆਇੰਟ ਵੀ ਕੈਨ ਡਰਾ ਏ ਡੈਫੀਨੇਟ ਨੰਬਰ ਆਫ ਲਾਈਨਸ। ਹੁਣ ਇਹਨੂੰ ਦੇਖੋ ਕਿਸ ਤਰ੍ਹਾਂ ਕਰਾਂਗੇ। ਉਹ ਕਹਿੰਦਾ ਇੱਕ ਪੁਆਇੰਟ ਤੋਂ ਸਿਰਫ ਅਸੀਂ ਕੁਛ ਹੀ ਲਾਈਨਾਂ ਪਾਸ ਕਰਾ ਸਕਦੇ ਹਾਂ। ਡੈਫੀਨੇਟ ਦਾ ਮਤਲਬ ਕਿ ਕੁਛ ਗਿਣਤੀ ਦੀਆਂ 4 5 ਜਾਂ 6 ਲਾਈਨਾਂ ਹੀ ਪਾਸ ਕਰਾ ਸਕਦੇ ਹੋ। ਬਟ ਸੱਚਾਈ ਕੀ ਹੈ ਕਿ ਇੱਕ ਪੁਆਇੰਟ ਦੇ ਉੱਤੋਂ ਤੁਸੀਂ ਇਨਫਾਈਨਾਈਟ ਸੋ ਮੈਨੀ ਲਾਈਨ, ਜਿੰਨੀਆਂ ਮਰਜ਼ੀ ਲਾਈਨਸ ਤੁਸੀਂ ਇੱਕ ਪੁਆਇੰਟ ਦੇ ਉੱਤੋਂ ਕੱਢੀ ਜਾਓ, ਉਹ ਨਿਕਲੀ ਜਾਣਗੀਆਂ। ਸੋ ਇਹ ਜਿਹੜੀ ਥਰਡ ਸਟੇਟਮੈਂਟ ਹੈ ਇਹ ਵੀ ਸਾਡੇ ਕੋਲ ਕੀ ਆਏਗੀ, ਫਾਲਸ ਆਏਗੀ। ਆਈ ਹੋਪ ਕਿ ਤੁਹਾਨੂੰ ਸਮਝ ਲੱਗ ਰਹੀ ਹੈ। ਉਸ ਤੋਂ ਬਾਅਦ ਹੈ 3 ਲਾਈਨਸ ਆਰ ਕੌਂਗਰੈਂਟ ਇਫ all of them pass through the same point। ਇਹ ਵੀ ਬੱਚੇ ਦੇਖੋ। ਸੋ ਦੇਖੋ ਆ ਇੱਕ ਪੁਆਇੰਟ ਹੈ, ਇਹਦੇ ਤੋਂ ਮੈਂ 3 ਲਾਈਨਾਂ ਪਾਸ ਕਰਾਤੀਆਂ, ਠੀਕ ਹੈ। ਤਾਂ ਕੌਂਗਰੈਂਟ ਪੁਆਇੰਟ, ਕੌਂਗਰੈਂਟ ਦੀ ਕੰਡੀਸ਼ਨ ਹੀ ਇਹ ਹੁੰਦੀ ਹੈ। ਸੋ ਇਹ ਸਟੇਟਮੈਂਟ ਕੀ ਹੋਏਗੀ, ਟਰੂ ਹੋਏਗੀ ਕਿ ਇੱਕੋ ਪੁਆਇੰਟ ਤੋਂ ਅਗਰ 3 ਲਾਈਨਾਂ ਪਾਸ ਹੋ ਰਹੀਆਂ ਨੇ ਤਾਂ ਉਹ ਕੌਂਗਰੈਂਟ ਲਾਈਨਸ ਹੋਣਗੀਆਂ। ਸੋ ਜਿਹੜਾ ਸੀ ਪੁਆਇੰਟ ਹੈ ਤੁਹਾਡੇ ਕੋਲ, ਜਿਹੜਾ ਡੀ ਪੁਆਇੰਟ ਹੈ ਉਹ ਵੀ ਤੁਹਾਡੇ ਕੋਲ ਕੀ ਆ ਗਿਆ, ਟਰੂ ਆ ਗਿਆ। ਉਸ ਤੋਂ ਬਾਅਦ ਕਹਿ ਰਿਹਾ ਇਨਫਾਈਨਾਈਟ ਨੰਬਰ ਆਫ ਲਾਈਨ ਕੈਨ ਬੀ ਡਰਾ ਪਾਸਿੰਗ ਥਰੂ 2 ਫਿਕਸਡ ਪੁਆਇੰਟ ਏ ਬੀ। ਹੁਣ ਦੇਖੋ ਆ ਵੀ ਐਗਜ਼ਾਮਪਲ ਲਈ ਸੀ, ਔਰ ਇਹ ਐਗਜ਼ਾਮਪਲ 'ਚ ਆਪਾਂ ਪ੍ਰੂਫ ਕੀਤਾ ਸੀ ਕਿ ਇੱਕੋ ਲਾਈਨ ਪਾਸ ਹੋ ਰਹੀ ਹੈ, ਪਰ ਉਹ ਕਹਿ ਰਿਹਾ ਇਨਫਾਈਨਾਈਟ। ਇਨਫਾਈਨਾਈਟ ਦਾ ਮਤਲਬ ਕੀ ਹੁੰਦਾ, ਸੋ ਮੈਨੀ, ਬਹੁਤ ਸਾਰੀਆਂ ਲਾਈਨਾਂ। ਸੋ ਇਹ ਸਟੇਟਮੈਂਟ ਕੀ ਹੋਏਗੀ, ਫੋਲਸ ਹੋ ਜਾਏਗੀ। ਕਿਉਂ ਫੋਲਸ ਹੋ ਜਾਏਗੀ? ਕਿਉਂਕਿ ਇੱਕੋ ਲਾਈਨ ਪਾਸ ਹੁੰਦੀ ਹੈ 2 ਪੁਆਇੰਟਾਂ ਤੋਂ, 2 ਪੁਆਇੰਟ ਏ ਅਤੇ ਬੀ ਤੋਂ ਇੱਕੋ ਲਾਈਨ ਪਾਸ ਹੁੰਦੀ ਹੈ, ਬਹੁਤ ਜ਼ਿਆਦਾ ਲਾਈਨਾਂ ਪੁਆਇੰਟ ਪਾਸ ਨਹੀਂ ਹੁੰਦੀਆਂ। ਠੀਕ ਹੈ ਬੱਚੇ। ਨੈਕਸਟ ਹੈ ਫਿਲ ਇਨ ਦਾ ਬਲੈਂਕ। ਚਲੋ ਧਿਆਨ ਦਿਓ, ਫਿਲਿੰਗਸ ਦਾ ਬਲੈਂਕ ਕਿਸ ਤਰ੍ਹਾਂ ਕਰਨੇ ਆ। ਦੇਖੋ ਕੀ ਕਹਿ ਰਿਹਾ, ਇਫ 3 or more ਪੁਆਇੰਟ ਲਾਈਨ ਔਨ ਦਾ ਸੇਮ ਲਾਈਨ, ਇੱਕੋ ਲਾਈਨ ਦੇ ਉੱਤੇ ਜੇ 3 ਜਾਂ 3 ਤੋਂ ਜ਼ਿਆਦਾ ਪੁਆਇੰਟ ਆ ਲੈਣ ਤੇ ਉਹਨਾਂ ਨੂੰ ਮੈਂ ਤੁਹਾਨੂੰ ਸਮਝਾ ਚੁੱਕਾ, ਉਹਨੂੰ ਕੀ ਬੋਲਦੇ ਅਸੀਂ, ਕੋਲੀਨੀਅਰਸ ਪੁਆਇੰਟ। ਠੀਕ ਹੈ, ਕੋਲੀਨੀਅਰ ਪੁਆਇੰਟ ਅਸੀਂ ਉਹਨਾਂ ਨੂੰ ਬੋਲਾਂਗੇ। ਦੂਸਰਾ ਕੀ ਹੈ, ਥਰੂ ਏ ਗਿਵਨ ਪੁਆਇੰਟ ਵੀ ਕੈਨ ਡਰਾ। ਹਾਂਜੀ, ਇੱਕ ਪੁਆਇੰਟ ਤੋਂ ਅਸੀਂ ਕਿੰਨੀਆਂ ਲਾਈਨਾਂ ਡਰੋ ਕਰ ਸਕਦੇ ਹਾਂ। ਹੁਣੇ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ, ਇੱਕ ਪੁਆਇੰਟ ਦੇ ਉੱਤੋਂ ਆਪਾਂ ਬਹੁਤ ਸਾਰੀਆਂ, ਸੋ ਮੈਨੀ ਵਾਸਤੇ ਆਪਾਂ ਕਿਹੜਾ ਵਰਡ ਯੂਜ਼ ਕਰਦੇ ਹਾਂ, ਇਨਫਾਈਨਾਈਟ। ਠੀਕ ਹੈ, ਇਨਫਾਈਨਾਈਟ ਲਾਈਨਸ ਕੈਨ ਬੀ ਡਰਾਨ ਥਰੂ ਏ ਸਿੰਗਲ ਪੁਆਇੰਟ। ਹਾਂਜੀ ਬੱਚੇ, ਥਰਡ ਪੁਆਇੰਟ ਕੀ ਕਹਿ ਰਿਹਾ, ਏ ਲਾਈਨ ਡਰੋ ਥਰੂ 2 ਗਿਵਨ ਪੁਆਇੰਟ ਇਨ ਏ ਪਲੇਨ ਲਾਈਜ਼ ਕੰਪਲੀਟਲੀ ਇਨ ਦਾ ਪਲੇਨ। ਇੱਥੇ ਪਲੇਨ ਹੀ ਆਏਗਾ। ਕਿਉਂਕਿ ਦੇਖੋ ਜਦੋਂ ਇਹ ਇੱਕ ਪਲੇਨ ਹੈ ਨਾ, ਅਤੇ ਜਦੋਂ ਅਸੀਂ 2 ਪੁਆਇੰਟ ਲਵਾਂਗੇ ਅਤੇ ਉਹਨਾਂ ਤੋਂ ਇੱਕ ਲਾਈਨ ਪਾਸ ਕਰਾਵਾਂਗੇ ਤਾਂ ਉਹ ਲਾਈਨ ਕੰਪਲੀਟਲੀ ਕਿੱਥੇ ਆਏਗੀ, ਪਲੇਨ ਦੇ ਉੱਤੇ ਆਏਗੀ ਨਾ। ਸੋ ਇਹਦਾ ਆਨਸਰ ਵੀ ਕੀ ਆਏਗਾ, ਪਲੇਨ। ਹਾਂਜੀ ਬੱਚੇ, ਨੈਕਸਟ ਕੀ ਹੈ, 2 ਲਾਈਨਸ ਇਨ ਏ ਪਲੇਨ ਨੋਟ ਹੈਵਿੰਗ ਐਨੀ ਕਾਮਨ ਪੁਆਇੰਟ ਆਰ ਕਾਲਡ ਪੈਰਲਲ ਲਾਈਨਸ। ਦੇਖੋ ਇਹ ਮੈਂ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਪੈਰਲਲ ਹੁੰਦੀਆਂ ਨੇ, ਜਿਨ੍ਹਾਂ ਦਾ ਕੋਈ ਕਾਮਨ ਪੁਆਇੰਟ ਨਾ ਹੋਵੇ। ਹੁਣ ਜਿਵੇਂ ਦੇਖੋ ਇਹ ਇੱਕ ਪਲੇਨ ਹੈ, ਇੱਥੇ ਮੈਂ 2 ਲਾਈਨਾਂ ਡਰੋ ਕੀਤੀਆਂ। ਇੱਕ ਲਾਈਨ ਦਾ ਨਾਮ ਹੈ LAB, ਇੱਕ ਲਾਈਨ ਦਾ ਨਾਮ ਹੈ COD। ਠੀਕ ਹੈ, ਹੁਣ CD ਦਾ ਆਪਸ ਦੇ ਵਿੱਚ ਕੋਈ ਕਾਮਨ ਪੁਆਇੰਟ ਹੈਗਾ, ਇਹਦੇ ਹੋਣਗੇ। ਇਹਦੇ ਦੇਖੋ ਕਿੰਨੇ ਪੁਆਇੰਟ ਹੈ, ਇਹਦੇ ਵੀ ਕੁਝ ਪੁਆਇੰਟ ਹੈਗੇ ਨੇ, ਪਰ ਇਹਨਾਂ ਦੋਨਾਂ ਦਾ ਆਪਸ 'ਚ ਕੋਈ ਕਾਮਨ ਪੁਆਇੰਟ ਨਹੀਂ ਨਾ ਹੈਗਾ, ਇੰਟਰਸੈਕਟ ਨਹੀਂ ਕਰ ਰਹੀਆਂ। ਜਦੋਂ 2 ਲਾਈਨਾਂ ਇੱਕੋ ਪਲੇਨ ਦੇ ਉੱਤੇ ਇੰਟਰਸੈਕਟ ਨਾ ਕਰਨ, ਉਹਨਾਂ ਦਾ ਕੋਈ ਕਾਮਨ ਪੁਆਇੰਟ ਨਾ ਆਵੇ, ਉਹਨਾਂ ਨੂੰ ਐਕਸਟੈਂਡਲੀ ਫਰੋਮ ਦਾ ਬੋਥ ਹੈਂਡ ਆਪਾਂ ਐਕਸਟੈਂਡ ਵੀ ਕਰ ਪਾਈਏ, ਐਕਸਟੈਂਡ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਕੋਈ ਵੀ ਕਾਮਨ ਪੁਆਇੰਟ ਨਾ ਬਣੇ, ਇੰਟਰਸੈਕਟ ਨਾ ਹੋਣ, ਤਾਂ ਲਾਈਨਾਂ ਹਮੇਸ਼ਾ ਆਪਸ 'ਚ ਕੀ ਹੁੰਦੀਆਂ ਨੇ, ਪੈਰਲਲ। ਅੰਡਰਸਟੈਂਡ, ਪੈਰਲਲ ਕੀ ਕੰਡੀਸ਼ਨ ਹੈ ਕਿ ਦੋਨਾਂ ਨੂੰ ਆਪਾਂ ਕੋਸ਼ਿਸ਼ ਕਰਨੀ ਹੈ ਐਕਸਟੈਂਡ ਕਰਨ ਦੀ, ਜਿੰਨਾ ਜ਼ਿਆਦਾ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰੋਗੇ, ਪਰ ਅਗਰ ਉਹ ਫਿਰ ਵੀ ਕੱਟ ਨਹੀਂ ਹੋ ਰਹੀਆਂ, ਉਹਨਾਂ ਦਾ ਕੋਈ ਕਾਮਨ ਪੁਆਇੰਟ ਨਹੀਂ ਆ ਰਿਹਾ, ਤਾਂ ਲਾਈਨਾਂ ਕੀ ਹੋਣਗੀਆਂ, ਉਹ ਹੋਣਗੀਆਂ ਪੈਰਲਲ। ਹਾਂਜੀ ਬੱਚੇ, ਨੈਕਸਟ ਪੁਆਇੰਟ ਕੀ ਕਹਿ ਰਿਹਾ ਹੈ, ਇਫ ਦੇਅਰ ਇਜ਼ ਓਨਲੀ 1 ਪੁਆਇੰਟ ਕਾਮਨ 2 ਲਾਈਨਸ ਇਨ ਦਾ ਸੇਮ ਪਲੇਨ ਦੇ ਆਰ ਕਾਲਡ ਇੰਟਰਸੈਕਟਿੰਗ। ਬੱਚੇ ਇੱਥੇ ਆਏਗਾ ਇੰਟਰਸੈਕਟਿੰਗ ਲਾਈਨ, ਇੱਥੇ ਆਏਗਾ ਇੰਟਰਸੈਕਟਿੰਗ ਲਾਈਨ। ਉਹ ਕਿਸ ਤਰੀਕੇ ਨਾਲ ਗਈਆਂ, ਆ ਦੇਖੋ, ਆ ਇੱਕੋ ਪਲੇਨ ਹੈ ਨਾ, ਇਹ ਇੱਕ ਪਲੇਨ ਹੈ, ਉਹ 2 ਲਾਈਨਾਂ ਇੱਕੋ ਪੁਆਇੰਟ ਤੋਂ ਪਾਸ ਹੋ ਰਹੀਆਂ। ਉਹ ਕੀ ਕਹਿ ਰਿਹਾ ਕਿ ਇਫ ਦੇਅਰ ਇਜ਼ ਓਨਲੀ 1 ਪੁਆਇੰਟ ਕਾਮਨ। ਹੁਣ ਦੇਖੋ ਇਹ 2 ਲਾਈਨਾਂ, ਇਹ ਲਾਈਨ ਦਾ ਨਾਮ ਹੈ L, ਇਹ ਲਾਈਨ ਦਾ ਨਾਮ ਹੈ M, ਔਰ ਇਹਨਾਂ ਦੋਨਾਂ ਲਾਈਨਾਂ ਦਾ ਇੱਕੋ ਪੁਆਇੰਟ ਕਾਮਨ ਆ ਰਿਹਾ। ਇਹ ਕਾਮਨ ਪੁਆਇੰਟ ਦਾ ਨਾਮ ਰੱਖ ਦਿਓ X। ਠੀਕ ਹੈ, ਸੋ X ਇਜ਼ ਪੁਆਇੰਟ ਆਫ L ਐਂਡ X ਇਜ਼ ਆਲਸੋ ਪੁਆਇੰਟ ਆਫ M। ਸੋ ਦੋਨਾਂ ਦਾ ਇੱਕੋ ਪੁਆਇੰਟ ਆ ਰਿਹਾ, ਸੋ ਇਹ ਲਾਈਨਾਂ ਆਪਸ 'ਚ ਕੀ ਹੋਣਗੀਆਂ, ਇੰਟਰਸੈਕਟ। ਤੋ ਇਸ ਕਰਕੇ ਇਹਨਾਂ ਨੂੰ ਆਪਾਂ ਇੰਟਰਸੈਕਟਿੰਗ ਲਾਈਨ ਕਵਾਂਗੇ। ਉਸ ਤੋਂ ਬੱਚੇ ਬਾਅਦ ਕੁਐਸਚਨ ਨੰਬਰ 7 ਤੁਹਾਨੂੰ ਕਟਵਾ ਦਿੱਤਾ ਗਿਆ। ਕੁਐਸਚਨ ਨੰਬਰ ਇਹ ਨੋਟ ਕਰਦੇ ਜਾਣਾ ਜਿਹੜੇ ਮੈਂ ਕੁਐਸਚਨ ਕਟਵਾ ਰਹੇ ਤੁਹਾਨੂੰ। ਕੁਐਸਚਨ ਨੰਬਰ 8 ਵੀ ਤੁਸੀਂ ਕੱਢ ਦੇਣਾ, ਕੁਐਸਚਨ ਨੰਬਰ 9 ਵੀ ਤੁਸੀਂ ਕੱਢ ਦਿਓ,
ਕੁਐਸਚਨ ਨੰਬਰ 10 ਵੀ ਤੁਸੀਂ ਕੱਢ ਦਿੱਤਾ ਹੈ। ਮੈਂ ਤੁਹਾਡਾ ਕੰਮ ਬਹੁਤ ਆਸਾਨ ਕਰ ਰਿਹਾ, ਜਿਹੜੀ ਚੀਜ਼ਾਂ ਦੀ ਨਹੀਂ ਲੋੜ ਉਹ ਚੀਜ਼ਾਂ ਅਸੀਂ ਨਹੀਂ ਕਰਨੀਆਂ। ਉਸ ਤੋਂ ਬਾਅਦ ਕੁਐਸਚਨ ਨੰਬਰ 11 ਤੁਸੀਂ ਆਪ ਹੀ ਕਰਨਾ ਹੈ। ਇਹ 'ਚ ਦੱਸਣਾ ਤੁਸੀਂ ਕਲੋਜ਼ ਫਿਗਰ ਕਿਹੜੀ ਹੈ ਔਰ ਓਪਨ ਫਿਗਰ ਕਿਹੜੀ ਹੈ, ਬੁੱਕ ਦੇ ਉੱਤੇ ਟਿਕ ਲਗਾ ਲੈਣੀ ਹੈ, ਠੀਕ ਹੈ। ਕੁਐਸਚਨ ਨੰਬਰ 12 ਵੀ ਤੁਸੀਂ ਆਪ ਹੀ ਕਰਨਾ ਹੈ। ਇਹ 'ਚ ਦੱਸਣਾ ਤੁਸੀਂ ਕਿਹੜੇ ਇੰਟੀਰੀਅਰ ਪੁਆਇੰਟ ਨੇ, ਕਿਹੜੇ ਫਿਗਰ ਦੇ ਉੱਪਰ ਆ ਰਹੇ ਨੇ, ਜਿਹੜੇ ਫਿਗਰ ਤੋਂ ਬਾਹਰ ਆਣਗੇ ਉਹ ਕਿਹੜੇ ਹੋਣਗੇ ਐਕਸਟੀਰੀਅਰ, ਜਿਹੜੇ ਅੰਦਰ ਆਣੇ ਇੰਟੀਰੀਅਰ, ਅਤੇ ਜਿਹੜੇ ਫਿਗਰ ਦੇ ਉੱਪਰ ਆਣਗੇ ਉਹ ਕੀ ਫਿਗਰ ਦੇ ਪਾਰਟ ਹੋਣਗੇ। ਕੁਐਸਚਨ ਨੰਬਰ 13 ਔਰ 14 ਨਹੀਂ ਕਰਨਾ। ਸੋ ਇਹਦੇ ਨਾਲ ਹੀ ਬੱਚੇ ਅੱਜ ਅਸੀਂ ਐਕਸਰਸਾਈਜ਼ 10.2 ਕਰ ਲਈ ਹੈ, ਠੀਕ ਹੈ। ਅਗਰ ਕੋਈ ਕੁਐਸਚਨ ਹੈ, ਕੋਈ ਪ੍ਰੋਬਲਮ ਹੈ ਤਾਂ ਪੁੱਛ ਸਕਦੇ ਹੋ। ਥੈਂਕ ਯੂ।